ਜਿੱਦਾਂ ਕਿ ਸਿੰਬਾ ਕਾਰਟ ਆ, ਇੱਕ ਆਨਲਾਈਨ ਸ਼ਾਪਿੰਗ ਵੈਬਸਾਈਟ ਆ। ਸਿੰਬਾ ਕੋਰਸ ਆ, ਟ੍ਰੇਨਿੰਗ ਸੈਂਟਰ ਆ। ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸੈਕਟਰ ਆ ਕਿ ਜਿਹਦੇ ਵਿੱਚ ਰੂਰਲ ਦੇ ਵਿੱਚ ਵਾਈਟ ਕਾਲਰ ਜੌਬ ਜਿਹੜੀਆਂ ਜਨਰੇਟ ਕੀਤੀਆਂ ਜਾ ਸਕਦੀਆਂ। ਤੁਹਾਡੇ ਅਸੀਂ ਘਰ ਦੇਖ ਰਹੇ ਸੀ ਅਜੇ ਵੀ ਬਾਲਿਆਂ ਵਾਲੀ ਛੱਤ ਹੈਗੀ ਆ, ਸੋ ਉਸੇ ਘਰ 'ਚ ਰਹਿ ਕੇ ਤੇ ਇਸ ਤਰੀਕੇ ਦੇ ਨਾਲ ਇਹਨੇ ਲੋਕਾਂ ਨੂੰ ਇੰਪਲੋਇਮੈਂਟ ਦੇ ਰਹੇ ਹੋ ਅੱਜ। ਕੰਫਰਟ ਤੋਂ ਪਹਿਲਾਂ ਕੰਪਨੀ ਨੂੰ ਗਰੋ ਕਰਨਾ ਚੁਣਿਆ ਜ਼ਿੰਦਗੀ ਦੇ ਵਿੱਚ। ਪਰ ਮੈਨੂੰ ਹਮੇਸ਼ਾ ਇਹੀ ਲੱਗਾ ਕਿ ਜਿਹੜੀ ਮੇਰੀ ਬੈਸਟ ਇਨਵੈਸਟਮੈਂਟ ਆਫ ਲਾਈਫ ਆ ਉਹ ਕੰਪਨੀ ਹੀ ਆ। ਤੁਸੀਂ 120 ਦੇ ਕਰੀਬ EMPLOYEES ਰੱਖੇ ਹੋਏ ਨੇ, ਕਿੰਨੇ ਆਫਿਸਿਸ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਐਕਸਪੈਂਡ ਕੀ ਕਰਨਾ? ਸਾਡੇ ਇੱਥੇ ਸੇਮ ਪਿੰਡ ਦੇ ਵਿੱਚ ਹੀ 3 ਆਫਿਸ ਨੇ ਤੇ ਤਿੰਨੇ ਮੇਰੀ ਰੈਂਟਲ ਪ੍ਰੋਪਰਟੀਆਂ ਨੇ ਐਂਡ ਮੇਰੇ ਕੋਲ 120 ਪਲੱਸ ਦੀ ਟੀਮ ਹੈ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਜਿਹੜਾ ਸੁਪਨਾ ਕਹਿ ਸਕਦੇ ਹਾਂ ਕਿ ਹਰ ਡਿਸਟ੍ਰਿਕਟ 'ਚ ਮੇਰਾ ਇੱਕ ਆਫਿਸ ਹੋਵੇ, ਪੰਜਾਬ ਵਿੱਚ ਸਪੈਸ਼ਲੀ। ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ। ਅੱਜ ਅਸੀਂ ਪਹੁੰਚੇ ਹਾਂ ਟਾਂਗਰਾ ਪਿੰਡ, ਜਿੱਥੇ ਮਨਦੀਪ ਕੌਰ ਟਾਂਗਰਾ ਵੱਲੋਂ ਆਪਣੀ IT ਕੰਪਨੀ ਚਲਾਈ ਜਾ ਰਹੀ ਹੈ। ਮਨਦੀਪ ਕੌਰ ਟਾਂਗਰਾ ਬਾਰੇ ਤੁਸੀਂ ਸੁਣ ਹੀ ਲਿਆ ਹੋਣਾ। ਪਿਛਲੇ ਦਿਨੀ ਭਗਵੰਤ ਮਾਨ ਵੱਲੋਂ ਇੱਕ ਇੰਡਸਟਰੀਲਿਸਟ ਦੇ ਨਾਲ ਮੀਟਿੰਗ ਰੱਖੀ ਗਈ ਸੀ ਤੇ ਉੱਥੇ ਮਨਦੀਪ ਕੌਰ ਟਾਂਗਰਾ ਆਏ ਸੀਗੇ। CM ਵੱਲੋਂ ਜ਼ਿਕਰ ਵੀ ਕੀਤਾ ਗਿਆ ਸੀਗਾ ਤੇ ਨੌਜਵਾਨਾਂ ਨੂੰ ਵੀ ਐਗਜ਼ਾਮਪਲ ਦਿੱਤਾ ਸੀਗਾ ਮਨਦੀਪ ਕੌਰ ਟਾਂਗਰਾ ਦਾ, ਜਿਸ ਤਰੀਕੇ ਦਾ ਕੰਮਕਾਰ ਉਹ ਇੱਕ ਪਿੰਡ 'ਚ ਰਹਿ ਕੇ, ਆਪਣੇ ਪਿੰਡ ਦੇ ਵਿੱਚ ਰਹਿ ਕੇ ਕਰ ਰਹੇ ਨੇ ਤੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਵੀ ਦੇ ਰਹੇ ਨੇ। ਅੱਜ ਅਸੀਂ ਇਹਨਾਂ ਦੀ IT ਕੰਪਨੀ ਪਹੁੰਚੇ ਹਾਂ, ਦਿਖਾਵਾਂਗੇ ਕਿਸ ਤਰੀਕੇ ਦਾ ਮਾਹੌਲ ਹੈ, ਗੱਲਬਾਤ ਵੀ ਕਰਾਂਗੇ। ਮੈਮ, ਅੱਜ ਸਬੱਬ ਬਣਿਆ ਤੁਹਾਡੇ IT ਕੰਪਨੀ ਵਿਜ਼ਿਟ ਕਰਨ ਦਾ। ਤੁਹਾਡੀ ਲਾਈਫ ਬਾਰੇ ਆਪਾਂ ਗੱਲਬਾਤ ਪਹਿਲਾਂ ਕੀਤੀ ਸੀਗੀ, ਸੋ ਪਹਿਲਾਂ ਤਾਂ ਇਹਦੇ ਬਾਰੇ ਦੱਸੋ, ਤੁਸੀਂ ਕਿੰਨੇ ਆਫਿਸਿਸ ਬਣਾਏ ਹੋਏ ਨੇ ਤੇ ਸਿੰਬਾ ਕੁਆਡਸ ਹੋਵੇ, ਸਿੰਬਾ ਕੋਰਸ ਹੈ, ਸਿੰਬਾ ਕਾਰਟ ਹੈ, ਇਹ ਕਿਵੇਂ ਨਾਮ ਬਣੇ ਤੇ ਐਟ ਪ੍ਰੈਜ਼ੈਂਟ ਕੀ ਚੱਲ ਰਿਹਾ? ਸੋ ਐਟ ਪ੍ਰੈਜ਼ੈਂਟ ਸਾਡੀ ਜਿਹੜੀ ਮੇਜਰਲੀ ਆ ਉਹ IT ਕੰਪਨੀ ਚੱਲਦੀ ਆ। ਸੋ IT ਦੇ ਵਿੱਚ ਅਸੀਂ IT ਸਰਵਿਸਿਜ਼ ਐਂਡ ਡਿਜੀਟਲ ਮਾਰਕੀਟਿੰਗ ਦੋਨੋਂ ਇੱਕੋ ਅੰਬਰੇਲਾ ਦੇ ਅੰਡਰ ਕਰ ਰਹੇ ਸਿੰਬਾ ਕੁਆਡਸ। ਇਸ ਤੋਂ ਇਲਾਵਾ ਛੋਟੇ ਛੋਟੇ ਹੋਰ ਵੈਂਚਰਸ ਵੀ ਨੇ ਜਿਨ੍ਹਾਂ ਦਾ ਨਾਰਮਲੀ ਕਦੀ ਜ਼ਿਕਰ ਹੋਇਆ ਨਹੀਂ, ਜਿੱਦਾਂ ਕਿ ਸਿੰਬਾ ਕਾਰਟ ਆ, ਇੱਕ ਆਨਲਾਈਨ ਸ਼ਾਪਿੰਗ ਵੈਬਸਾਈਟ ਆ। ਸਿੰਬਾ ਕੋਰਸ ਆ, ਟ੍ਰੇਨਿੰਗ ਸੈਂਟਰ ਆ। ਸਿੰਬਾ ਹਾਇਰ HR ਕੰਸਲਟੈਂਸੀ ਵੈਂਚਰ ਆ, ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੰਬਾ ਕੁਆਡਸ ਵਾਂਗੂ ਹੀ ਬਹੁਤ ਹੀ ਇੱਕ ਨਿਊ ਬਿਜ਼ਨਸ ਮਾਡਲ ਵਾਂਗੂ ਜਿਹੜਾ ਕਿ ਇਮਰਜ ਹੋਏਗਾ। ਬਿਕੋਜ਼ ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸੈਕਟਰ ਆ ਕਿ ਜਿਹਦੇ ਵਿੱਚ ਰੂਰਲ ਦੇ ਵਿੱਚ ਵਾਈਟ ਕਾਲਰ ਜੌਬ ਜਿਹੜੀਆਂ ਜਨਰੇਟ ਕੀਤੀਆਂ ਜਾ ਸਕਦੀਆਂ। ਅੱਛਾ, ਤੁਸੀਂ ਸੰਘਰਸ਼ ਦੇਖਿਆ, ਤੁਹਾਡੇ ਪੇਰੈਂਟਸ ਨੂੰ ਦੇਖਿਆ, ਉਹਨਾਂ ਨੇ ਕਿੰਨਾ ਕੰਮ ਕੀਤਾ। ਤੁਹਾਡੇ ਅਸੀਂ ਘਰ ਦੇਖ ਰਹੇ ਸੀ ਅਜੇ ਵੀ ਬਾਲਿਆਂ ਵਾਲੀ ਛੱਤ ਹੈਗੀ ਹੈ, ਸੋ ਉਸੇ ਘਰ 'ਚ ਰਹਿ ਕੇ ਤੇ ਇਸ ਤਰੀਕੇ ਦੇ ਨਾਲ ਇਹਨੇ ਲੋਕਾਂ ਨੂੰ ਇੰਪਲੋਇਮੈਂਟ ਦੇ ਰਹੇ ਹੋ। ਅੱਜ ਤੁਸੀਂ ਕੁਛ ਵੀ ਕਰ ਸਕਦੇ ਹੋ। ਸੋ ਇਹ ਜਿਹੜਾ ਤੁਹਾਡਾ ਲਾਈਫ ਸਟਾਈਲ ਹੈ ਉਹਦੇ ਪਿੱਛੇ ਕੀ ਕਾਰਨ? ਲਾਈਫ ਸਟਾਈਲ ਹੈ ਕਿ ਮੈਂ ਖੁਦ ਦੀ ਕੰਫਰਟ ਤੋਂ ਪਹਿਲਾਂ ਕੰਪਨੀ ਨੂੰ ਗਰੋ ਕਰਨਾ ਚੁਣਿਆ ਜ਼ਿੰਦਗੀ ਦੇ ਵਿੱਚ। ਸੋ ਮੈਨੂੰ ਪਤਾ ਹੈ ਕਿ 2 ਸਾਲ ਪਹਿਲਾਂ ਵੀ ਜੇ ਮੈਂ ਗੱਲ ਕਰਾਂ ਜਾਂ 3 ਸਾਲ ਪਹਿਲਾਂ ਵੀ ਮੈਂ ਕੰਪਨੀ ਨੂੰ ਇੱਕ ਛੋਟੇ ਪੱਧਰ 'ਤੇ ਰੱਖ ਕੇ ਖੁਦ ਪਰਸਨਲ ਆਪਣੇ 'ਤੇ ਵੀ ਇਨਵੈਸਟਮੈਂਟ ਕਰ ਸਕਦੀ ਸੀ, ਘਰ ਬਣਾ ਸਕਦੀ ਸੀ ਜਾਂ ਜੋ ਵੀ ਮੇਰਾ ਖੁਦ ਦਾ ਮਨ ਸੀ। ਪਰ ਮੈਨੂੰ ਹਮੇਸ਼ਾ ਇਹੀ ਲੱਗਾ ਕਿ ਜਿਹੜੀ ਮੇਰੀ ਬੈਸਟ ਇਨਵੈਸਟਮੈਂਟ ਆਫ ਲਾਈਫ ਆ ਉਹ ਕੰਪਨੀ ਹੀ ਆ ਤੇ ਜਿਹੜਾ ਪੈਸਾ ਵਾ ਉਹ ਸੈਕੰਡਰੀ ਆ। ਸੋ ਮੈਨੂੰ ਲੱਗਦਾ ਕਿ ਅੱਜ ਤੱਕ ਜਿੰਨਾ ਵੀ ਮੈਂ ਮੁਨਾਫਾ ਕਮਾਇਆ ਹੋਏਗਾ ਮੈਂ ਇਸ ਕੰਪਨੀ ਦੇ ਵਿੱਚ ਹੀ ਲਗਾਇਆ। ਦੂਸਰਾ, ਇੰਨਾ ਜ਼ਿਆਦਾ ਹੰਬਲ ਬੈਕਗਰਾਊਂਡ ਤੋਂ ਮੈਂ ਉੱਠੀ ਹਾਂ, ਇੰਨੀ ਨੋਰਮਲ ਬੈਕਗਰਾਊਂਡ ਤੋਂ, ਜਿੱਥੇ ਮੇਰੇ ਪਾਪਾ ਨੇ ਇੱਕ ਛੋਟੀ ਜਿਹੀ ਆਟਾ ਚੱਕੀ ਤੋਂ ਸਾਨੂੰ ਪੜ੍ਹਾਇਆ। ਸੋ ਬਹੁਤ ਮਿਹਨਤ ਕੀਤੀ ਹੈ। ਸੋ ਜਿੰਨਾ ਵੀ ਰੱਬ ਨੇ ਅੱਜ ਦਿੱਤਾ ਇਹ ਵੀ ਬਹੁਤ ਲੱਗਦਾ। ਸੋ ਆਉਣ ਵਾਲੇ ਸਮੇਂ 'ਚ ਪੇਰੈਂਟਸ ਨੂੰ ਕੰਫਰਟ ਦੇਣ ਲਈ, ਖੁਦ ਨੂੰ ਕੰਫਰਟ ਦੇਣ ਲਈ, ਮਤਲਬ ਅੱਛਾ ਸੁਪਨਿਆਂ ਦਾ ਘਰ ਵੀ ਬਣਾਵਾਂਗੇ। ਪਰ ਹਜੇ ਮੈਨੂੰ ਇਹ ਲੱਗਾ ਕਿ ਜਦੋਂ ਤੱਕ ਅਸੀਂ ਸਟੇਬਲ ਨਹੀਂ ਹੋ ਜਾਂਦੇ, ਕਿਉਂਕਿ ਅਸੀਂ ਸੈਲਫ ਫੰਡਡ ਕੰਪਨੀ ਆ, ਅਸੀਂ ਕਿਸੇ ਗਵਰਨਮੈਂਟ ਸਕੀਮ ਦੇ ਅਧੀਨ ਨਹੀਂ ਕਦੀ ਆਏ, ਮਤਲਬ ਉਹਦੇ ਅੰਡਰ ਨਹੀਂ ਕਦੀ ਆਏ, ਹੈ ਨਾ। ਸਾਨੂੰ ਪਤਾ ਨਹੀਂ ਕਿ ਕਿਹੜੀ ਐਗਜ਼ੈਕਟ ਪੋਲਿਸੀ ਸਾਡੇ ਲਈ ਬਣੀ ਆ ਜਾਂ ਹੈਗੀ ਵੀ ਆ ਕਿ ਨਹੀਂ ਹੈਗੀ। ਕੋਈ ਇਨਵੈਸਟਰ ਨਹੀਂ ਅਸੀਂ ਕੰਪਨੀ 'ਚ ਕਦੀ ਲੈ ਕੇ ਆਏ, ਕੋਈ ਫੈਮਿਲੀ ਮਨੀ ਨਹੀਂ ਸਾਡੇ ਕੋਲ, ਕੋਈ ਕੋਲੈਟਰਲ ਨਹੀਂ ਸਾਡੇ ਕੋਲ। ਸੋ ਸਾਡਾ ਬੜਾ ਲੰਬਾ ਇੱਕ 10-11 ਸਾਲ ਦਾ ਸੰਘਰਸ਼ ਆ ਕਿ ਜਿਹਦੇ ਵਿੱਚ ਅਸੀਂ 1 ਤੋਂ 120 ਅੱਜ ਅਸੀਂ ਟੀਮ ਮੈਂਬਰ ਜਿਹੜੇ ਅਸੀਂ ਹੋਏ ਹਾਂ। ਸੋ ਬੜੀ ਫਿਊਚਰ ਇਜ਼, ਆਈ ਫੀਲ ਕਿ ਇਟ ਇਜ਼ ਵੈਰੀ ਬ੍ਰਾਈਟ।
ਮੈਮ ਇਹ ਵੀ ਦੱਸੋ ਜਿਹੜੇ ਅਸੀਂ ਆਪਾਂ ਤੁਹਾਡੇ ਆਫਿਸ 'ਚ ਮੌਜੂਦ ਆ, ਕਿਸ ਤਰੀਕੇ ਨਾਲ ਕੰਮਕਾਰ ਹੁੰਦਾ? ਤੁਸੀਂ 120 ਦੇ ਕਰੀਬ EMPLOYEES ਰੱਖੇ ਹੋਏ ਨੇ, ਕਿੰਨੇ ਆਫਿਸਿਸ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਐਕਸਪੈਂਡ ਕੀ ਕਰਨ ਜਾ ਰਹੇ? ਸਾਡੇ ਇੱਥੇ ਸੇਮ ਪਿੰਡ ਦੇ ਵਿੱਚ ਹੀ 3 ਆਫਿਸ ਨੇ ਤੇ ਤਿੰਨੇ ਮੇਰੀ ਰੈਂਟਲ ਪ੍ਰਾਪਰਟੀਆਂ ਨੇ ਐਂਡ ਮੇਰੇ ਕੋਲ 120 ਪਲੱਸ ਦੀ ਟੀਮ ਹੈ ਹੁਣ। ਐਂਡ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਜਿਹੜਾ ਸੁਪਨਾ ਕਹਿ ਸਕਦੇ ਹਾਂ ਕਿ ਹਰ ਡਿਸਟ੍ਰਿਕਟ 'ਚ ਮੇਰਾ ਇੱਕ ਆਫਿਸ ਹੋਵੇ, ਪੰਜਾਬ ਵਿੱਚ ਸਪੈਸ਼ਲੀ, ਕਿਉਂਕਿ ਮੈਂ ਪੰਜਾਬ 'ਚ ਛੋਟੇ ਛੋਟੇ ਬਲਬ ਜਗਾਉਣਾ ਚਾਹੁੰਦੀ ਕਿ ਸਾਰਾ ਪੰਜਾਬ ਰੁਸ਼ਨਾਏ। ਸੋ ਇਹ ਸੈਂਟਰਸ ਸਿਰਫ ਖੁਦ ਆਈਟੀ ਕੰਪਨੀ ਨਹੀਂ ਹੋਣਗੇ ਜਾਂ ਡਿਜੀਟਲ ਮਾਰਕੀਟਿੰਗ ਕੰਪਨੀ ਨਹੀਂ ਹੋਣਗੇ, ਇਹ ਗਾਈਡ ਕਰਨ ਵਾਲੇ ਵੈਂਚਰਸ ਵੀ ਹੋਣਗੇ ਕਿ ਜਿਹਦੇ ਵਿੱਚ ਜਦੋਂ ਕਿਸੇ ਹੋਰ ਨੇ ਆਈਟੀ ਕੰਪਨੀ ਜਾਂ ਡਿਜੀਟਲ ਮਾਰਕੀਟਿੰਗ ਕੰਪਨੀ ਜਾਂ ਫਿਰ ਕੋਈ ਵੀ ਹੋਰ ਬਿਜ਼ਨਸ ਯੂਥ ਨੇ ਖੋਲ੍ਹਣਾ ਹੈ, ਕਿਉਂਕਿ ਸਪਿਰਿਟ ਚਾਹੀਦੀ ਹੈ ਉਹਨੂੰ, ਐਨਰਜੀ ਚਾਹੀਦੀ ਹੈ, ਤੇ ਉਹ ਮੈਂ ਦੇ ਸਕਦੀ ਹਾਂ। ਸੋ ਇਹ ਬੜੇ ਅੱਛੇ ਗਾਈਡਿੰਗ ਸੈਂਟਰ ਵੀ ਸਾਬਿਤ ਹੋਣਗੇ ਕਿ ਜਦੋਂ ਤੁਹਾਨੂੰ ਖੁਦ ਦਾ ਬਿਜ਼ਨਸ ਖੋਲ੍ਹਣ ਲੱਗਿਆ ਕੋਈ ਤੁਹਾਡੀ ਮੁਸ਼ਕਿਲ ਆ ਜਾਂ ਤੁਸੀਂ ਡਿਸਕਸ ਕਰਨਾ ਚਾਹੁੰਦੇ ਤੇ ਤੁਸੀਂ ਇੱਥੇ ਆ ਸਕਦੇ ਹੋ। ਅਸੀਂ ਸਿਰਫ ਆਈਟੀ ਸਰਵਿਸਿਜ਼ ਤੇ ਡਿਜੀਟਲ ਮਾਰਕੀਟਿੰਗ ਸਰਵਿਸਿਜ਼ ਨਹੀਂ ਦੇਵਾਂਗੇ, ਅਸੀਂ ਆਈਟੀ ਕੰਪਨੀਜ਼ ਬਣਾਉਣ ਦੀ ਗਾਈਡੈਂਸ ਵੀ ਦੇਵਾਂਗੇ। ਤੇ ਇੱਕ ਤੁਸੀਂ ਝਬਾਲ ਦੇ ਵਿੱਚ ਖੋਲ੍ਹਿਆ ਹੁਣੇ ਇੱਕ ਨਵਾਂ ਉੱਥੇ ਉਹਦੇ ਬਾਰੇ ਦੱਸੋ, ਉਹ ਕੀ ਚੀਜ਼ ਹੈ? ਸੋ ਮੈਂ ਮਹਿਸੂਸ ਕੀਤਾ ਕਿ ਜਦੋਂ ਅਸੀਂ ਇੱਕੋ ਜਗ੍ਹਾ 'ਤੇ ਹੀ ਵੱਡੀ ਕੰਪਨੀ ਲੈ ਆਉਂਦੇ ਹਾਂ ਤੇ ਅਸੀਂ ਪਿੰਡ ਦਾ ਜਿਹੜਾ ਕਲਚਰ ਖਰਾਬ ਕਰ ਦਿੰਦੇ ਹਾਂ। ਫੋਰ ਐਗਜ਼ਾਮਪਲ ਕਿ ਇੱਕ ਪਿੰਡ ਦੇ ਵਿੱਚ ਗੁਰਦੁਆਰੇ ਵਿੱਚ ਪਿਛਲੇ 40 ਸਾਲ ਤੋਂ 60 ਬੰਦੇ ਲਗਾਤਾਰ ਆ ਰਹੇ ਨੇ ਜਿਹੜੇ ਕਿ ਉੱਥੋਂ ਦੇ ਨਿਵਾਸੀ ਆ। ਜਦੋਂ ਅਸੀਂ ਉੱਥੇ 3-4 ਹਜ਼ਾਰ EMPLOYEES ਵਾਲੀ ਕੰਪਨੀ ਲੈ ਆਉਂਦੇ ਹਾਂ, ਉਹੀ ਗੁਰਦੁਆਰਾ ਜਿਹਦੇ ਵਿੱਚ ਇੱਕ ਸੈੱਟ ਸਟੈਂਡਰਡ ਬਣਿਆ ਹੋਇਆ, ਬਾਹਰੋਂ 200 ਲੋਕ ਆ ਰਹੇ ਆ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਪਿੰਡ ਦੇ ਵਿੱਚ ਜਦੋਂ ਅਸੀਂ ਬਾਹਰੋਂ ਲੋਕੀ ਆ ਕੇ ਰਹਿ ਰਹੇ ਨੇ, ਕਲਚਰ ਬਦਲ ਰਿਹਾ। ਹੋ ਸਕਦਾ ਕਿ ਉਸ ਪਿੰਡ ਦੀਆਂ ਗਰਲ ਸਾਰੇ ਸੂਟ ਹੀ ਪਾਉਂਦੀਆਂ ਹੋਣ, ਜ਼ਿਆਦਾ ਬਾਹਰ ਦੀਆਂ ਕੁੜੀਆਂ ਉੱਥੇ ਆ ਰਹੀਆਂ ਨੇ, ਠੀਕ ਹੈ। ਸੋ ਇਹ ਜਦੋਂ ਦਿੱਲੀ ਦੇ ਵਿੱਚ ਅਸੀਂ ਸਮਝੋ ਕਿਸੇ ਜਗ੍ਹਾ 'ਤੇ ਬਹੁਤ ਸਾਰੇ ਪੰਜਾਬੀ ਚੱਲ ਜਾਣਗੇ, ਉਦੋਂ ਵੀ ਕਲਚਰ, ਸੋ ਇਹ ਕਲਚਰ ਜਿਹੜਾ ਵਾ ਮੈਂ ਸੋਚਿਆ ਕਿ ਕਲਚਰ ਨਹੀਂ ਖਰਾਬ ਹੋਣਾ ਚਾਹੀਦਾ। ਕਲਚਰ ਭਾਵੇਂ ਉਹ ਕਿਸੇ ਵੀ ਐਂਗਲ ਤੋਂ ਕਲਚਰ ਹੋਵੇ, ਲੋਕ ਜਿਹੜੇ ਲੋਕਲ ਆ ਉਹ ਡਿਸਟਰਬ ਨਹੀਂ ਹੋਣੇ ਚਾਹੀਦੇ। ਜਦੋਂ ਇੱਥੇ 2000 ਬੰਦਿਆਂ ਦੀ ਕੰਪਨੀ ਬਣ ਜਾਏਗੀ ਤੇ ਜਿਹੜਾ ਲੋਕਲ ਗਰੋਸਰੀ ਵਾਲਾ ਉਹਨੂੰ ਕੋਈ ਨਹੀਂ ਪੁੱਛੇਗਾ, ਬਹੁਤ ਵਧੀਆ ਇੱਕ ਸਟੋਰ ਆ ਜਾਏਗਾ, ਸਾਰੇ ਉੱਤੋਂ ਖਰੀਦਣ ਲੱਗ ਪੈਣਗੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਹਾਲਾਂਕਿ ਇਹਦੇ ਨਾਲ ਮੇਰੀ ਦੁੱਗਣੀ ਕਾਸਟ ਆ, ਦੁਬਾਰਾ ਰੈਂਟ ਦੇਣਾ, ਦੁਬਾਰਾ ਇੰਟਰਨੈਟ ਲਗਵਾਉਣਾ ਤੇ ਇੰਨੀ ਦੂਰ ਜਾਣਾ, ਬਟ ਫਿਰ ਵੀ ਇੱਕ ਸਮਝ ਦੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਜਦੋਂ ਇੱਥੇ 120 ਬੰਦੇ ਹੋ ਗਏ ਜਾਂ ਇੱਥੇ ਅਸੀਂ ਫਿਰ ਵੀ 200-300 ਵੀ ਕਰ ਸਕਦੇ ਹਾਂ, ਸਾਡਾ ਸੈਂਟਰਲਾਈਜ਼ ਲੋਕੇਸ਼ਨ ਹੈ, ਸਾਡਾ ਹੈੱਡ ਆਫਿਸ ਆ, ਪਰ ਜਿਹੜੇ ਵੀ ਪੰਜਾਬ ਦੇ ਦੂਸਰੇ ਪਿੰਡ ਹੋਣਗੇ ਜਿੱਥੇ ਜਿੱਥੇ ਅਸੀਂ ਆਪਣੀ ਕੰਪਨੀ ਬਣਾਵਾਂਗੇ, ਉੱਥੇ ਅਸੀਂ 100 ਤੋਂ ਵੱਧ EMPLOYEES ਜਿਹੜੇ ਆ ਉਹ ਨਹੀਂ ਰੱਖਾਂਗੇ, ਕਿਉਂਕਿ ਅਸੀਂ ਪਿੰਡ 100-100 ਕਿਲੋਮੀਟਰ 'ਤੇ ਬਲਬ ਜਗਾਉਣਾ ਚਾਹੁੰਦੇ ਹਾਂ ਤੇ ਅਸੀਂ ਉਸੇ ਪਿੰਡ ਦੇ ਰਿਸੋਰਸਿਸ ਯੂਜ਼ ਕਰਨਾ ਚਾਹੁੰਦੇ, ਉਸੇ ਪਿੰਡ ਦੇ PG, ਉਸੇ ਪਿੰਡ ਦੇ, ਜਦੋਂ ਸਮਝੋ ਕਿ ਮੇਰੇ ਪਿੰਡ 'ਚੋਂ 20 ਘਰਾਂ ਦੇ ਵਿੱਚ ਬੱਚੇ ਰਹਿ ਰਹੇ ਨੇ ਤੇ ਜਦੋਂ ਕੰਪਨੀ 'ਚ 500 ਲੋਕ ਹੋ ਜਾਣਗੇ ਤੇ ਕੋਈ ਅਮੀਰ ਆਦਮੀ ਆ ਕੇ ਕਹੇਗਾ ਮੈਂ ਹੋਸਟਲ ਬਣਾ ਦਿੰਦਾ ਤੇ ਸਾਰੇ ਇੱਥੇ ਆ ਜਾਓ, ਠੀਕ ਹੈ। ਸੋ ਉਹ ਨਹੀਂ ਕਰਨਾ ਚਾਹੁੰਦੇ ਅਸੀਂ। ਇੱਕ ਕਲਚਰ ਨੂੰ ਜਿੰਨਾ ਉਹ ਪਿੰਡ ਦੁੱਧ ਦੀ ਉਪਜ ਕਰ ਸਕਦਾ ਉਹਨਾਂ ਅਸੀਂ ਯੂਜ਼ ਕਰਨਾ ਚਾਹੁੰਦੇ। ਸੋ ਕਲਚਰ ਜਿਹੜਾ ਪੰਜਾਬ ਦਾ, ਜੇ ਇਸ ਮਾਡਲ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਉਹਨੂੰ ਇੰਟੈਕਟ ਰੱਖਿਆ ਜਾ ਸਕਦਾ ਹੈ, ਜਿਹੜਾ ਕਿ ਇਹਦੀ ਆਪਣੇ ਆਪ 'ਚ ਖੂਬਸੂਰਤੀ ਹੋਏਗੀ, ਜਿਹੜਾ ਕਿ ਕਿਸੇ ਵੀ ਇੰਡੀਆ ਦੀ ਸਟੇਟ ਨੇ ਪਹਿਲਾਂ ਕਦੀ ਨਹੀਂ ਕੀਤਾ ਹੋਏਗਾ ਕਿ ਉਹਨੇ ਇੱਕ ਨੈਟਵਰਕ ਬਣਾਇਆ ਕਿਸੇ ਸੈਕਟਰ ਦਾ, ਭਾਵੇਂ ਉਹ IT ਸੈਕਟਰ ਆ, ਭਾਵੇਂ ਇੰਸ਼ੋਰੈਂਸ ਸੈਕਟਰ ਹੋਵੇ, ਭਾਵੇਂ ਕਿਸੇ ਵੀ ਸੈਕਟਰ। ਸੋ ਪੰਜਾਬ ਨੂੰ ਮੈਨੂੰ ਲੱਗਦਾ ਹੈ ਕਿ IT ਸੈਕਟਰ ਨੂੰ ਚੁਣ ਲੈਣਾ ਚਾਹੀਦਾ ਹੈ, ਜਿਹਦੇ ਵਿੱਚ ਅਲੱਗ-ਅਲੱਗ ਸਟੇਸ਼ਨਸ 'ਤੇ ਕੰਮ ਜਿਹੜਾ ਉਹ IT ਦਾ ਹੀ ਹੋ ਰਿਹਾ, ਕਿਉਂਕਿ ਸਾਰਾ ਇੰਟਰਨੈਟ ਦਾ ਜ਼ਮਾਨਾ। ਜੀ ਅੱਛਾ, ਅੱਜ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਵੀਰ ਦਵਿੰਦਰ ਜੀ ਆਏ, ਤੁਹਾਨੂੰ ਮਿਲੇ ਤਾਂ ਸਾਰਾ ਵਿਜ਼ਿਟ ਕੀਤਾ। ਉਹਨਾਂ ਨੇ ਇਹ ਵੀ ਕਿਹਾ ਵੀ ਤੁਹਾਨੂੰ ਪਦਮ ਸ਼੍ਰੀ ਜਿਹਾ ਅਵਾਰਡ ਮਿਲਣਾ ਚਾਹੀਦਾ ਤੁਹਾਡੇ ਇਸ ਕੰਮ ਲਈ, ਇਸ ਚੀਜ਼ ਨੂੰ ਕਿਵੇਂ ਦੇਖਦੇ? ਮੈਂ ਖੁਦ ਮੰਨਦੀ ਕਿ ਜਿੰਨਾ ਪਿਆਰ ਮੈਨੂੰ ਲੋਕ ਕਰਦੇ ਨੇ, ਅਕਸਰ ਹੀ ਜਦੋਂ ਅਸੀਂ ਆਰਟਿਸਟ ਹੁੰਦੇ ਹਾਂ, ਜਿਹੜਾ ਕਿ ਸਾਡਾ ਫੀਲਡ ਹੁੰਦਾ ਖਾਸ ਕਰਕੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਜਾਂ ਅਸੀਂ ਪੋਲੀਟੀਸ਼ੀਅਨ ਆ ਤੇ ਲੋਕ ਸਾਨੂੰ ਫੋਲੋ ਕਰਦੇ ਆ। ਮੈਂ ਇੱਕ ਬਹੁਤ ਹੀ ਬਲੈਸਡ ਪੰਜਾਬ ਦੀ ਧੀ ਆ, ਪੰਜਾਬ ਦੀ ਡਾਟਰ ਆ, ਕਿ ਜਿਹੜੇ ਮੇਰੀ ਸਟੋਰੀ ਫੋਲੋ ਕਰਦੇ, ਜਿਹੜੇ ਮੇਰੀ ਕਿਰਤ ਨੂੰ ਫੋਲੋ ਕਰ ਰਹੇ। ਸੋ ਆਲਰੇਡੀ ਮੇਰੀ ਜਿਹੜੀ ਕਿਸੇ ਵੀ ਅਵਾਰਡ ਦੀ ਲਾਲਸਾ ਵਾ ਉਹ ਖਤਮ ਹੋ ਚੁੱਕੀ ਹੈ। ਮੈਨੂੰ ਲੱਗਦਾ ਕਿ ਮੈਂ ਦੁਨੀਆ ਦੀਆਂ ਬਿਹਤਰੀਨ ਸਟੇਜਿਸ 'ਤੇ, TEDx ਵਰਗੇ ਸਟੇਜਿਸ 'ਤੇ, IIM ਵਰਗੇ ਕਾਲਜਿਸ 'ਚ, IIT ਵਰਗੇ ਕਾਲਜਿਸ ਦੇ ਵਿੱਚ ਪ੍ਰਧਾਨ ਮੰਤਰੀ ਤੱਕ ਨੂੰ ਮਿਲਣਾ। ਸੋ ਮੈਨੂੰ ਲੱਗਦਾ ਕਿ ਜਿੰਨੇ ਅਵਾਰਡ ਮੈਨੂੰ ਜ਼ਿੰਦਗੀ 'ਚ ਮਿਲਣੇ ਸੀ ਉਹ ਮੈਨੂੰ ਮਿਲ ਚੁੱਕੇ ਨੇ। ਬਹੁਤ ਸਾਰੇ ਇਨਵੀਟੇਸ਼ਨਸ ਲਾਈਨਡ ਅਪ ਨੇ, ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਕਿ ਬਿਹਤਰੀਨ ਜਗ੍ਹਾ 'ਤੇ ਮੈਂ ਜਾ ਰਹੀ। ਮੇਰੇ ਲਈ ਬੈਸਟ ਸਟੇਜ 'ਤੇ ਬੋਲਣਾ ਸਭ ਤੋਂ ਵੱਡਾ ਜਿਹੜਾ ਅਵਾਰਡ ਆ
ਬਾਕੀ ਕੋਈ ਵੀ ਅਵਾਰਡ ਜ਼ਿੰਦਗੀ 'ਚ ਹੋਏਗਾ ਤੇ ਮੈਂ ਅੱਜ ਵੀ ਇਹੀ ਕਹਿੰਦੀ, ਮੈਂ ਪਹਿਲਾਂ ਵੀ ਇਹੀ ਕਹਿੰਦੀ ਹਾਂ ਤੇ ਅੱਗੋਂ ਵੀ ਇਹੀ ਕਵਾਂਗੀ ਕਿ ਐਵਰੀ ਅਵਾਰਡ ਗੋਜ਼ ਟੂ ਦ ਟੀਮ ਜਿਨ੍ਹਾਂ ਨੇ ਮੇਰੇ ਤੇ ਪਿੰਡ ਵਿੱਚ ਬਹਿ ਕੇ ਟਰਸਟ ਕਰ ਰਹੇ ਨੇ ਕਿ ਇਹ ਮੈਮ ਕਰ ਸਕਦੇ ਆ ਤੇ ਅਸੀਂ ਇਹਨਾਂ ਦੇ ਨਾਲ ਕਰਨਾ। ਇਹ ਵਾਲੇ ਬੱਚੇ ਅੰਮ੍ਰਿਤਸਰ 'ਚ ਵੀ ਜੌਬ ਕਰ ਸਕਦੇ ਆ, ਇਹ ਬੱਚੇ ਚੰਡੀਗੜ੍ਹ ਜਾ ਸਕਦੇ ਆ, ਠੀਕ ਆ। ਸੋ ਜਿੱਥੇ ਮਰਜ਼ੀ ਸ਼ਹਿਰ 'ਚ ਵੀ ਜਾ ਸਕਦੇ, ਪਰ ਦੇਖੋ ਕਈ ਬੱਚੇ ਸ਼ਹਿਰ 'ਚੋਂ ਪਿੰਡ 'ਚ ਆ ਰਹੇ। ਸੋ ਮੈਕਸਿਮਮ ਜਿਹੜਾ ਮੇਰਾ ਸਟਾਫ ਆ ਉਹ ਵੀ ਸਟੋਰੀ ਫੋਲੋ ਕਰ ਰਿਹਾ, ਉਹ ਇਸ ਸਟੋਰੀ ਕਰਕੇ ਇੱਥੇ ਕੰਮ ਕਰ ਰਿਹਾ, ਨਾ ਕਿ ਉਹਨਾਂ ਨੂੰ ਕੋਈ ਕਮੀ ਆ ਜੌਬ ਦੀ। ਕਿਉਂਕਿ ਜਿਹੜੇ ਸੈਕਟਰ 'ਚ ਮੈਂ ਆ ਇਹ 'ਚ ਬੰਦਾ ਇੱਕ ਆ ਤੇ ਅੱਗੋਂ ਨੌਕਰੀਆਂ 10 ਆ, ਫਿਰ ਵੀ ਸਟਾਫ ਮੇਰੇ ਨਾਲ ਜੁੜਿਆ ਹੋਇਆ ਪਿੰਡ ਵਿੱਚ, ਆਪਣੇ ਆਪ 'ਚ ਬਹੁਤ ਵੱਡੀ ਗੱਲ। ਅੱਛਾ, ਕੁੜੀਆਂ ਕਾਫੀ ਕੰਮ ਕਰ ਰਹੀਆਂ ਨੇ, ਮੇਰੇ ਖਿਆਲ ਤੁਸੀਂ 40% ਇਸ ਵੇਲੇ ਤੁਹਾਡੇ ਟੋਟਲ ਸਟਾਫ 'ਚ ਕੁੜੀਆਂ ਨੇ, ਆਉਣ ਵਾਲੇ ਸਮੇਂ ਦੇ ਵਿੱਚ 50% ਕਰਨ ਜਾ ਰਹੇ ਹੋ ਜੀ, ਕੀ ਸੋਚਿਆ? ਸੋ ਮੈਨੂੰ ਇੱਦਾਂ ਲੱਗਦਾ ਕਿਉਂਕਿ ਜਦੋਂ ਵੀ ਅਸੀਂ ਕਿਸੇ ਵੀ ਡਿਪਾਰਟਮੈਂਟ 'ਚ ਗੱਲ ਕਰਦੇ ਹਾਂ, ਆਪਣੇ ਤੋਂ ਉੱਪਰ ਵੇਖਦੇ ਹਾਂ, ਤੇ ਮੈਨੂੰ ਹਮੇਸ਼ਾ ਲੱਗਦਾ ਕਿ ਔਰਤਾਂ ਦੀ ਬਹੁਤ ਕਮੀ ਆ। ਅਸੀਂ ਕਿਉਂ ਨਹੀਂ, ਮੈਨੂੰ ਇੰਨਾ ਸੰਘਰਸ਼ ਕਿਉਂ ਕਰਨਾ ਪਿਆ ਜਾਂ ਕਰਨਾ ਪੈ ਰਿਹਾ ਅੱਜ ਵੀ, ਕਿ ਮੈਨੂੰ ਇੱਕ ਫ਼ੋਨ ਕਰਨਾ ਵੀ ਕਈ ਵਾਰੀ ਔਖਾ ਲੱਗਦਾ ਕਿ ਅੱਗੋਂ ਮੈਂ ਕਿਹਦੇ ਨਾਲ ਗੱਲ ਕਰਨੀ ਆ ਜਾਂ ਮੈਨੂੰ ਕਿੰਨੀ ਵਾਰੀ ਫ਼ੋਨ ਕਰਨਾ ਪਏਗਾ। ਸੋ ਇਹ ਹੈ ਕਿ ਸਮਾਜ ਵਿੱਚ ਭਾਵੇਂ ਉਹ ਗਵਰਨਮੈਂਟ ਆ, ਭਾਵੇਂ ਸਾਡੀਆਂ ਕੰਪਨੀਜ਼ ਨੇ, ਭਾਵੇਂ ਸਾਡੇ ਖੁਦ ਦੇ ਬਿਜ਼ਨਸ ਨੇ, ਹਰ ਚੀਜ਼ ਦੇ ਵਿੱਚ ਜਿਹੜਾ ਇੱਕ ਔਰਤ ਦਾ ਅਦਬ, ਔਰਤ ਦੀ ਪ੍ਰੈਜ਼ੈਂਸ, ਔਰਤ ਦੀ ਮੈਨੇਜਮੈਂਟ ਜਿਹੜੀ ਉਹਦੀ ਬਹੁਤ ਜ਼ਰੂਰਤ ਆ। ਮੈਂ ਖੁਦ ਇੱਕ ਵੂਮਨ ਹੋ ਕੇ ਇਹ ਚੀਜ਼ ਫੀਲ ਕੀਤੀ ਆਪਣੇ ਬਿਜ਼ਨਸ 'ਚ। ਪਰ ਯੈਸ, ਆਈ ਐਮ ਨਾਟ ਦੈਟ ਬਾਇਸਡ ਕਿ ਮੈਂ ਸੋਚਾਂ ਕਿ 90% ਮੈਂ ਸਾਰੀਆਂ ਵੂਮਨ ਨੂੰ ਜੌਬ ਦੇਵਾਂਗੀ ਕਿਉਂਕਿ ਮੈਂ ਵੂਮਨ ਹਾਂ। ਸੋ ਮੈਨੂੰ ਲੱਗਦਾ ਕਿ ਇਸ ਚੀਜ਼ ਨੂੰ ਅਸੀਂ ਇਸ ਸਾਲ ਵਿੱਚ ਕੰਪਲੀਟ ਕਰ ਲਾਂਗੇ, ਇਸ ਚੀਜ਼ ਨੂੰ ਅਸੀਂ ਅਚੀਵ ਕਰਾਂਗੇ ਜਦੋਂ ਕਿ ਅਸੀਂ ਕੰਪਨੀ ਦੇ ਵਿੱਚ 50% ਵੂਮਨ ਤੇ 50% ਜਿਹੜੇ ਆ ਉਹ ਮੈਨ ਹੋਣਗੇ। ਦੀਪ ਜੀ, ਇੱਕ ਦੇਖਿਆ ਜਾਂਦਾ ਜਿਹੜੀਆਂ ਆਈਟੀ ਕੰਪਨੀਆਂ ਹੁੰਦੀਆਂ ਨੇ, ਜਿਹੜਾ ਆਫਿਸ ਦਾ ਕਲਚਰ ਹੁੰਦਾ, এনवायरमेंट ਹੁੰਦਾ ਹੈ, ਉਹ ਕਈ ਵਾਰ ਬੜਾ ਡਿਪਰੈਸਿਵ ਹੁੰਦਾ ਹੈਗਾ। ਤੁਸੀਂ ਤੁਹਾਡੇ ਆਫਿਸਿਸ ਬਣੇ ਨੇ, ਬਹੁਤ ਸਾਰੇ EMPLOYEES ਕੰਮ ਕਰਦੇ ਨੇ, ਉਸ ਤਰ੍ਹਾਂ ਦਾ এনवायरमेंट ਨਾ ਹੋਵੇ, ਖਾਸ ਕੀ ਕੀਤਾ ਜਾਂਦਾ, ਕਿਸ ਤਰ੍ਹਾਂ ਦਾ এনवायरमेंट ਦਿੱਤਾ ਜਾਂਦਾ ਕਿ ਫਰੈਂਡਲੀ ਮਾਹੌਲ ਬਣਾਉਣ ਦੇ ਲਈ? ਮੇਰੇ ਪੇਰੈਂਟਸ ਨੇ ਮੈਨੂੰ ਹਮੇਸ਼ਾ ਬੜੇ ਪਿਆਰ ਨਾਲ ਪਾਲਿਆ ਤੇ ਮੇਰੇ ਪੇਰੈਂਟਸ ਨੇ ਮੇਰੇ ਤੇ ਐਕਸਪੈਰੀਮੈਂਟ ਕੀਤਾ ਕਿ ਜੇ ਕਿਸੇ ਬੱਚੇ ਨੂੰ ਬਿਲਕੁਲ ਨਾ ਡਾਂਟੋ ਤੇ ਉਹ ਕਿਹੋ ਜਿਹਾ ਬਣਦਾ। ਮੇਰੇ ਪੇਰੈਂਟ ਖੁਦ ਮੈਨੂੰ ਦੱਸਦੇ ਇਸ ਗੱਲ। ਸੋ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਹੀ ਪਿਆਰ ਨਾਲ ਪਾਲਿਆ। ਉਹੀ ਚੀਜ਼ ਜਿਹੜੀ ਆ ਮੈਂ ਇਸ ਕੰਪਨੀ 'ਚ ਫੋਲੋ ਕਰਦੀ ਹਾਂ। ਮੈਂ ਬਸ ਉੱਪਰ ਵਾਲੇ ਬੰਦਿਆਂ ਨੂੰ ਇੰਸਟਰਕਸ਼ਨਸ ਦਿੰਦੀ ਹਾਂ, ਥੱਲੇ ਮੈਨੂੰ ਨਹੀਂ ਲੱਗਦਾ ਕਿ ਮੈਂ ਕਿਸੇ ਨੂੰ ਵੀ ਕਦੀ ਸਿੱਧਾ ਜਾ ਕੇ ਕੁਝ ਕਿਹਾ ਹੋਏਗਾ। ਸੋ ਦਿਸ ਕੰਪਨੀ ਵਾਂਟ ਟੂ ਚੇਂਜ ਲਾਈਵਸ, ਉਹੀ ਸਾਡਾ ਵਿਜ਼ਨ ਹੈ ਕਿ ਚੇਂਜਿੰਗ ਲਾਈਵਸ। ਸੋ ਕਿਸੇ ਦੀ ਜ਼ਿੰਦਗੀ ਬਦਲਣ ਲਈ ਬੜਾ ਡੀਪ ਜਾ ਕੇ ਉਹਦੇ ਨਾਲ ਕੰਮ ਕਰਨਾ ਪੈਂਦਾ, ਉਹਦੇ ਘਰ ਨੂੰ ਵੀ ਅੰਡਰਸਟੈਂਡ ਕਰਨਾ ਪੈਂਦਾ, ਉਹਦੀ ਐਜੂਕੇਸ਼ਨ ਨੂੰ, ਉਹਦੀ ਮੈਂਟਲ ਲੈਵਲ ਨੂੰ, ਇਮੋਸ਼ਨਲ ਲੈਵਲ ਨੂੰ। ਸੋ ਮੇਰਾ ਜਿਹੜਾ ਸੁਪਨਾ ਹੈ ਉਹ ਚੇਂਜਿੰਗ ਲਾਈਵਸ ਹੈ ਕਿ ਜਿਹੜਾ 10,000 ਵਾਲਾ ਬੰਦਾ ਨੂੰ 1 ਲੱਖ ਵਾਲਾ ਕਿੱਦਾਂ ਬਣਾਉਣਾ, 6,000 ਬੰਦੇ ਨੂੰ 60,000 ਦਾ ਕਿੱਦਾਂ ਬਣਾਉਣਾ। ਸੋ ਉਹਦੇ ਲਈ ਇੱਕ ਹੰਬਲਨੈਸ ਦੀ ਬੜੀ ਜ਼ਰੂਰਤ ਹੈ। ਹੰਬਲਨੈਸ ਹੈਗੀ ਆ ਤੇ ਅਸੀਂ ਕੋਵਿਡ ਦੇ ਵਿੱਚ ਆਲਮੋਸਟ 1.5 ਕਰੋੜ ਦਾ ਲੋਨ ਲੈ ਕੇ ਸਿਰਫ ਸੈਲਰੀਆਂ ਦੇਤੀਆਂ, ਆਪਣੇ ਲਈ ਇੱਕ ਪੈਨ ਵੀ ਨਹੀਂ ਖਰੀਦਿਆ, ਕੋਈ ਕੰਪਿਊਟਰ ਨਹੀਂ ਖਰੀਦਿਆ ਉਸ ਪੈਸਿਆਂ ਨਾਲ, ਠੀਕ ਹੈ। ਸੋ ਜਿਹੜੇ EMPLOYEES ਆ ਉਹਨਾਂ ਨੂੰ ਇੱਕ ਖਾਸ ਮਾਹੌਲ ਦਿੱਤਾ ਜਾ ਰਿਹਾ। ਸਾਡੀ ਕੰਪਨੀ 'ਚ ਆਲਮੋਸਟ 12 ਕਲੱਬ ਵੀ ਹੈਗੇ ਨੇ, ਕਲੱਬ ਦੇ ਡਿਫਰੈਂਟ ਪ੍ਰੈਜ਼ੀਡੈਂਟਸ ਨੇ, ਸਪੋਰਟਸ ਕਲੱਬ ਆ, ਐਂਟਰਟੇਨਮੈਂਟ ਕਲੱਬ ਆ। ਅਸੀਂ ਦੇਰ ਆਰ ਲੋਟ ਆਫ ਐਕਟੀਵਿਟੀਜ਼ ਹੇਅਰ, ਕਿਉਂਕਿ ਮੈਂ ਜਾਣਦੀ ਹਾਂ ਕਿ ਇੱਥੇ ਬੱਚੇ ਮੋਬਾਈਲ ਤੇ ਜ਼ੋਮੈਟੋ ਤੇ ਆਰਡਰ ਵੀ ਨਹੀਂ ਕਰ ਸਕਦੇ, ਠੀਕ ਹੈ। ਸੋ ਇੱਥੇ ਬੱਚੇ ਇਮੀਡੀਏਟ ਕਿਸੇ ਕੋਈ ਮੂਵੀ ਦੇਖਣ ਨਹੀਂ ਜਾ ਸਕਦੇ, ਠੀਕ ਹੈ। ਸੋ ਵੀ ਆਰ ਐਟ ਦੀ 30 ਕਿਲੋਮੀਟਰਸ ਅਵੇ ਫਰੋਮ ਦ ਸਿਟੀ। ਜੋ ਥੱਕ ਟੁੱਟ ਜਾਣਗੇ ਤੇ ਉਹਨਾਂ ਲਈ ਐਂਟਰਟੇਨਮੈਂਟ ਲਈ ਵੀ ਕੁਝ ਨਹੀਂ ਹੈਗਾ। ਸੋ ਇੱਥੇ ਹੀ ਕੋਸ਼ਿਸ਼ ਕਰਦੇ ਹਾਂ ਕਿ ਡੇਲੀ ਕੋਈ ਨਾ ਕੋਈ ਐਕਟੀਵਿਟੀਜ਼ ਕਰਦੇ ਰਹੀਏ, ਰਿਸਪੈਕਟ ਨੂੰ ਤਰਜੀਹ ਦਿੰਦੇ ਹਾਂ, ਖੁਦ ਪਿਆਰ ਨਾਲ ਬੋਲਦੇ ਹਾਂ, ਰਿਸਪੈਕਟ ਦਿੰਦੇ ਅਤੇ ਰਿਸਪੈਕਟ ਹੀ ਅਸੀਂ ਉਹਨਾਂ ਤੋਂ ਚਾਹੁੰਦੇ ਹਾਂ, ਠੀਕ ਹੈ। ਸੋ ਸਾਡੀ ਕੰਪਨੀ 'ਚ ਥੋੜ੍ਹੀ ਸਟ੍ਰਿਕਟਨੈਸ ਵੀ ਹੈਗੀ ਆ ਕਿ ਅਸੀਂ ਬਹੁਤ ਫਿਲਟਰ ਕਰਕੇ ਬੱਚਿਆਂ ਨੂੰ ਰੱਖਦੇ ਹਾਂ। ਮੈਂ ਹਮੇਸ਼ਾ ਆਪਣੀ ਟੀਮ ਨੂੰ ਕਹਿੰਦੀ ਕਿ ਜਿੰਨੇ ਹੈਗੇ ਆ ਉੱਤੇ ਮੈਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਸਾਰੇ ਬੜੇ ਵਧੀਆ। ਸੋ ਕਈ ਵਾਰੀ ਹਾਇਰਿੰਗ ਸਾਡਾ ਜਿਹੜਾ ਕ੍ਰਾਈਟੇਰੀਆ ਉਹ ਵੀ ਬੜਾ ਸਟ੍ਰਿਕਟ ਰਹਿੰਦਾ। ਤੁਹਾਡੇ ਮਦਰ ਫਾਦਰ ਵੀ ਆਫਿਸ 'ਚ ਤੁਹਾਡੇ ਬੈਠਦੇ ਨੇ, ਉਹ ਕੀ ਰੋਲ ਆਪਣਾ ਪਲੇ ਕਰਦੇ? ਸੋ ਪਾਪਾ ਤੇ ਮੇਰੇ ਚੱਕੀ 'ਤੇ ਹੀ ਬੈਠਦੇ ਨੇ ਕਿਉਂਕਿ ਚੱਕੀ ਸਾਡੀ ਮੇਨ ਹਾਈਵੇ 'ਤੇ ਆ ਐਂਡ ਕੋਈ ਉੱਥੇ ਬਹੁਤ ਜ਼ਿਆਦਾ ਨਹੀਂ ਉਹ ਹੁਣ ਕੰਮ ਕਰ ਰਹੇ, ਅੱਗੋਂ ਮੁੰਡੇ ਹੀ ਕੰਮ ਕਰਦੇ ਨੇ। ਐਂਡ ਬਿਕੋਜ਼ ਹੀ ਸੇਜ਼ ਕਿ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ GT ਰੋਡ 'ਤੇ ਲੋਕ ਜਾਂਦੇ ਹੁੰਦੇ ਆ ਅਤੇ ਉਹ ਰੁਕ ਜਾਂਦੇ ਆ ਕਿ ਤੁਸੀਂ ਮਨਦੀਪ ਦੇ ਪਾਪਾ ਹੋ, ਐਂਡ ਹੀ ਕੀਪ ਔਨ ਡਿਸਕਸਿੰਗ, ਪਿੰਡ ਵਾਲਿਆਂ ਨਾਲ ਡਿਸਕਸ਼ਨਸ, ਕੋਈ ਆ ਗਿਆ ਚੱਲ ਗਿਆ। ਅਤੇ ਮਦਰ ਦਾ ਜਿਹੜਾ ਉਹ ਬਹੁਤ ਖਾਸ ਰੋਲ ਮੇਰੀ ਲਾਈਫ ਦੇ ਵਿੱਚ, ਮੇਰੇ ਮਦਰ ਜਿਹੜੇ ਆ ਉਹ ਸ਼ੀ ਇਜ਼ ਮੈਨੇਜਮੈਂਟ ਐਕਸਪਰਟ। ਮੈਂ ਖੁਦ ਕਹਿੰਦੀ ਕਿ ਮੇਰੇ ਲੈਕਚਰ ਨਹੀਂ, ਮੇਰੇ ਮਦਰ ਦੇ ਲੈਕਚਰ ਹੋਣੇ ਚਾਹੀਦੇ ਕਾਲਜਿਸ 'ਚ, ਕਿਉਂਕਿ ਮਾਈ ਮਦਰ ਇਜ਼ ਮੈਨੇਜਿੰਗ ਮੀ। ਸਭ ਤੋਂ ਪਹਿਲਾਂ ਮੈਨੂੰ ਮੈਨੇਜ ਕਰਦੇ, ਘਰ ਮੈਨੇਜ ਕਰਦੇ ਆ, ਠੀਕ ਹੈ। ਅਤੇ ਕੰਪਨੀ ਦੇ ਵਿੱਚ ਵੀ ਸ਼ੀ ਇਜ਼ ਹੈਂਡਲਿੰਗ 2-3 ਸੈਕਸ਼ਨਸ। ਇੱਕ ਪਰਚੇਜ਼ ਪੂਰੀ ਹੈਂਡਲ ਕਰਦੇ ਮੇਰੇ ਮੰਮਾ, ਹਾਲਾਂਕਿ ਉਹ ਬਹੁਤ ਜ਼ਿਆਦਾ ਪੜ੍ਹੇ ਨਹੀਂ ਆ ਪਰ ਜਜ਼ਬਾ
ਠੀਕ ਆ, ਦਿਨ ਵਿੱਚ 20 ਘੰਟੇ ਕਰਨ ਦਾ ਜਜ਼ਬਾ ਉਹਨਾਂ ਦੇ ਵਿੱਚ। ਪਰਚੇਜ਼ ਕਰਦੇ ਆ, ਚਾਹ ਪੱਤੀ ਤੋਂ ਲੈ ਕੇ ਮੈਕਬੁੱਕ ਤੱਕ ਸਾਰਾ ਜਿੰਨਾ ਵੀ ਸਾਡੀ ਕੰਪਨੀ 'ਚ ਸਮਾਨ ਆਉਂਦਾ, ਐਵਰੀਥਿੰਗ ਮਾਈ ਮਦਰ ਪਰਚੇਜ਼ਸ। ਲੋਅਰ ਸਟਾਫ ਸਾਰਾ ਮੇਰੇ ਮੰਮਾ ਮੈਨੇਜ ਕਰਦੇ, ਡਰਾਈਵਰਸ, ਹੈਲਪਰਸ। ਅਤੇ ਪਿੰਡਾਂ ਦੇ ਬੱਚਿਆਂ ਨੂੰ ਕਾਉਂਸਲ ਕਰਨਾ ਅਤੇ ਉਹਨਾਂ ਨੂੰ ਇੱਥੇ ਲੈ ਕੇ ਆਉਣਾ, ਉਹਨਾਂ ਨੂੰ ਫਿਲਟਰ ਕਰਨਾ, ਫਿਰ ਉਹਨਾਂ 'ਤੇ ਮਿਹਨਤ ਕਰਨੀ, ਉਹਦੇ ਵਿੱਚ ਵੀ ਮੇਰੇ ਮੰਮਾ ਜਿਹੜੀ ਆ ਬਹੁਤ ਸਪੋਰਟ ਕਰਦੇ। ਸੋ ਸ਼ੀ ਇਜ਼ ਟੋਟਲੀ ਅ ਹੋਲਿਸਟਿਕ ਲੇਡੀ। ਮੈਨੂੰ ਲੱਗਦਾ ਕਿ ਉਹ ਵੀ ਮੇਰੀ ਬਹੁਤ ਵੱਡੀ ਇੰਸਪੀਰੇਸ਼ਨ ਆ, ਬਿਕੋਜ਼ ਬਿਜ਼ਨਸ ਮੈਨੇਜ ਕਰਨਾ ਸੌਖਾ, ਤਾਮ ਝਾਮ ਸ਼ੋਭਾ ਹਰ ਚੀਜ਼ ਮੈਨੇਜ ਹੋ ਸਕਦੀ, ਪਰ ਜਿਹਦੇ ਨਾਲ ਉਹ ਚੀਜ਼ ਲਿੰਕਡ ਆ, ਜਿਹੜੀ ਕਿ ਮੈਂ ਖੁਦ ਹਾਂ, ਉਹਨੂੰ ਮੈਨੇਜ ਕਰਨਾ ਇਮੋਸ਼ਨਲੀ, ਐਂਗਜ਼ਾਈਟੀ ਲੈਵਲ ਹੋ ਗਿਆ, ਐਕਸਾਈਟਮੈਂਟ ਹੋ ਗਈ, ਡਿਪਰੈਸ਼ਨ ਹੋ ਗਿਆ, ਸੈਡ ਹੋ ਗਏ, ਰੋ ਪਏ, ਹੱਸ ਪਏ, ਕਿਉਂਕਿ ਸੋ ਜਿਹੜੇ ਇਮੋਸ਼ਨਸ ਰੋਜ਼ ਮੇਰੇ ਅੰਦਰ ਜਿਹੜੇ ਤੂਫਾਨ ਵਾਂਗੂ ਚੱਲਦੇ ਨੇ, ਉਹ ਉੱਥੇ ਜਿਹੜਾ ਮੇਰੀ ਮਦਰ ਨੇ ਰੋਲ ਪਲੇ ਕੀਤਾ, ਆਈ ਥਿੰਕ ਕਿ ਮੈਂ ਉਹਦਾ ਹੀ ਇੱਕ ਕਹਿ ਲਓ ਕਿ ਪੀਕ ਆ ਉਸ ਚੀਜ਼ ਦਾ, ਕਿ ਉਹ ਮੇਰੀ ਸਕਸੈਸ ਦਾ ਜਿਹੜੀ ਚੈਰੀ ਔਨ ਦਾ ਕੇਕ ਵਾਲਾ ਹਿਸਾਬ ਆ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਗੱਲਬਾਤ ਕਰ ਰਹੇ ਸੀ ਮਨਦੀਪ ਕੌਰ ਟਾਂਗਰਾ ਦੇ ਨਾਲ। ਉਹਨਾਂ ਦੀ ਆਈਟੀ ਕੰਪਨੀ ਪਹੁੰਚੇ ਉਹਨਾਂ ਦੇ ਆਫਿਸ ਦੇ ਵਿੱਚ, ਤੇ ਉਹਨਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਸਫ਼ਰ ਸ਼ੁਰੂ ਕੀਤਾ ਸੀਗਾ, ਅੱਜ ਕਿਸ ਮੁਕਾਮ ਤੇ ਨੇ, ਤੇ ਖਾਸ ਤੌਰ ਤੇ ਜਿਹੜੀ ਸੋਚ ਹੈ ਉਹ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਬੜੀ ਵਿਲੱਖਣ ਸੋਚ ਹੈ, ਤੇ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਚਾਹੁੰਦੇ ਨੇ ਕਿ ਉਹਨਾਂ ਦੀ ਕੋਸ਼ਿਸ਼ ਰਹੂਗੀ ਜਿਹੜੀ ਕੰਪਨੀ ਹੈ ਉਹਨਾਂ ਦੀ ਸਿੰਬਾ ਕੁਆਰਟਸ ਉਹ ਇਸ ਤਰੀਕੇ ਨਾਲ ਐਕਸਪੈਂਡ ਹੋਵੇ, ਖਾਸ ਤੌਰ ਤੇ ਪਿੰਡਾਂ ਦੇ ਵਿੱਚ, ਕਿਉਂਕਿ ਇਹੀ ਇੱਕ ਪਛਾਣ ਬਣਾਈ ਹੈ। ਇੱਕ ਆਈਟੀ ਕੰਪਨੀ ਪਿੰਡ ਦੇ ਵਿੱਚ ਵੀ ਚੱਲ ਸਕਦੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਚਾਹੁੰਦੇ ਨੇ ਕਿ ਇਸ ਤਰ੍ਹਾਂ ਦੇ ਜਿਹੜਾ ਇਸ ਵੇਲੇ ਟਾਂਗਰਾ ਪਿੰਡ ਤੋਂ ਸ਼ੁਰੂਆਤ ਹੋਈ ਹੈ ਪੰਜਾਬ ਦੇ, ਇਹ ਜਿਹੜੇ ਬੱਲਬ ਨੇ ਹੋਰ ਵੀ ਵੱਖ-ਵੱਖ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਜਗਦੇ ਹੋਏ ਨਜ਼ਰ ਆਉਣ। ਟਾਂਗਰਾ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ। ਬਾਈ ਜੀ, ਕੀ ਨਾਮ ਹੈ ਤੇ ਤੁਸੀਂ ਸਿੰਬਾ ਕੁਆਰਟਸ ਕੰਮ ਕਰ ਰਹੇ ਹੋ, ਕਿਵੇਂ ਦਾ ਇੱਥੇ ਵਰਕ ਕਲਚਰ ਹੈ, ਕੀ ਇਨਵਾਇਰਨਮੈਂਟ ਹੈ, ਤੇ ਮਨਦੀਪ ਕੌਰ ਟਾਂਗਰਾ ਬਾਰੇ ਕੀ ਕਹਿਣਾ ਚਾਹੁੰਦੇ? ਸਰ ਮੇਰਾ ਨਾਮ ਗੁਰਤੇਗ ਸਿੰਘ ਹੈ, ਮੈਂ ਐਜ਼ ਏ ਵੈਬ ਡਿਵੈਲਪਰ ਇੱਥੇ ਕੰਮ ਕਰ ਰਿਹਾ, ਅਤੇ ਸਰ ਮੈਨੂੰ ਹਜੇ ਮੈਕਸਿਮਮ 8-9 ਮੰਥ ਹੋਏ ਇੱਥੇ ਕੰਮ ਕਰਦੇ ਹੋਏ, ਅਤੇ ਮਤਲਬ ਇੱਥੇ ਬਹੁਤ ਵਧੀਆ ਕਲਚਰ ਆ। ਮਤਲਬ ਇੱਥੇ ਸਾਨੂੰ ਸਿੱਖਣ ਨੂੰ ਮਿਲਦਾ ਜ਼ਿਆਦਾ ਤੋਂ ਜ਼ਿਆਦਾ। ਮੈਂ ਜਦੋਂ ਇੱਥੇ ਆਇਆ ਸੀਗਾ ਅਤੇ ਮੈਨੂੰ ਮਤਲਬ ਕੁਛ ਨਹੀਂ ਆਉਂਦਾ ਸੀ, ਬਲੈਂਕ ਸੀ ਮੈਂ ਬਿਲਕੁਲ, ਅਤੇ ਮੈਂ ਜੋ ਵੀ ਸਿੱਖਿਆ ਇੱਥੋਂ ਹੀ ਸਿੱਖਿਆ। ਮਨਦੀਪ ਮੈਮ ਨੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਜਿੱਦਾਂ ਮਨਦੀਪ ਮੈਮ ਇੰਸਪੀਰੇਸ਼ਨ ਦਿੰਦੇ ਆ ਨਾ, ਹਰ ਕਿਸੇ ਨੂੰ ਮਤਲਬ ਬਹੁਤ ਜ਼ਿਆਦਾ ਵਧੀਆ ਸਿੱਖਣ ਨੂੰ ਮਿਲਦਾ ਇੱਥੇ। ਅਤੇ ਮੈਂ ਐਜ਼ ਏ ਵੈਬ ਡਿਵੈਲਪਰ ਪ੍ਰੋਪਰ ਮੈਂ ਕੰਮ ਕਰ ਰਿਹਾ ਇੱਥੇ, ਪ੍ਰੋਪਰ ਕੰਮ ਕਰ ਰਿਹਾ ਐਜ਼ ਏ ਵੈਬ ਡਿਵੈਲਪਰ ਇੱਥੇ। ਬਾਈ ਜੀ, ਕੀ ਨਾਮ ਹੈ ਤੇ ਸਿੰਬਾ ਕੁਆਰਟਸ ਤੁਸੀਂ ਕੰਮ ਕਰਦੇ ਹੋ? ਅੱਜ ਕੱਲ੍ਹ ਆਈਟੀ ਸੈਕਟਰ ਦੇ ਵਿੱਚ ਬੜੇ ਆਪਸ਼ਨਸ ਹੁੰਦੇ ਨੇ, ਪੜ੍ਹ ਲਿਖ ਕੇ ਬੰਦਾ ਕਿਤੇ ਵੀ ਜਾ ਸਕਦਾ, ਤੁਸੀਂ ਇਹਨਾਂ ਨਾਲ ਜੁੜਨ ਪਿੱਛੇ ਕੀ ਕਾਰਨ ਸੀ ਤੇ ਇੱਥੇ ਕੀ ਡਿਫਰੈਂਟ ਹੈ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਭੁਪਿੰਦਰ ਸਿੰਘ ਹੈ। ਫਸਟ ਆਫ ਆਲ ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ ਕਿ ਮੈਂ ਐਜ਼ ਇਸ ਕੰਪਨੀ ਜੁਆਇਨ ਕਰਨ ਤੋਂ ਪਹਿਲਾਂ ਮੈਂ ਆਪਣਾ ਬਿਜ਼ਨਸ ਰਨ ਕਰਦਾ ਸੀਗਾ। ਮੈਂ 10 ਸਾਲ ਤੱਕ ਆਪਣਾ ਮੋਬਾਈਲ ਰਿਪੇਅਰ ਦਾ ਜਾਂ ਸੇਲ ਪਰਚੇਜ਼ ਦਾ ਬਿਜ਼ਨਸ ਕੀਤਾ, 2011 ਤੋਂ ਲੈ ਕੇ 2021 ਤੱਕ। ਅਤੇ ਉਸ ਤੋਂ ਬਾਅਦ ਕੋਵਿਡ ਆਇਆ। ਕੋਵਿਡ ਦੇ ਵਿੱਚ ਕੁਝ ਸਿਚੁਏਸ਼ਨ ਇਸ ਤਰ੍ਹਾਂ ਦੀਆਂ ਹੋ ਗਈਆਂ ਕਿ ਮੈਨੂੰ ਬਿਜ਼ਨਸ ਜਿਹੜਾ ਬੰਦ ਕਰਨਾ ਪਿਆ। ਜਦੋਂ ਮੈਂ ਕੰਪਨੀ ਦੇ ਵਿੱਚ ਆਇਆ ਸੀਗਾ ਤਾਂ ਮੇਰੇ ਕੋਲ ਕੋਈ ਟੈਕਨੀਕਲ ਨੌਲੇਜ ਨਹੀਂ ਸੀ ਹੈਗੀ, ਨਾ ਮੈਂ ਕੋਈ ਗ੍ਰਾਫਿਕ ਡਿਜ਼ਾਈਨਿੰਗ ਬਾਰੇ ਜਾਣਦਾ ਸੀਗਾ, ਨਾ ਮੈਂ ਐਨੀਮੇਸ਼ਨ ਬਾਰੇ ਜਾਣਦਾ ਸੀਗਾ, ਨਾ ਮੈਂ ਕੋਡਿੰਗ ਬਾਰੇ ਜਾਣਦਾ ਸੀਗਾ। ਫਿਰ ਮੈਮ ਨੂੰ ਮੈਂ ਮਿਲਿਆ ਕਿ ਮੈਂ ਆਪਣੀ ਪ੍ਰੋਬਲਮ ਦੱਸੀ। ਮੈਮ ਨੇ ਚਲੋ ਮੇਰੇ 'ਚ ਕੁਝ ਪੋਜ਼ੀਟਿਵ ਚੀਜ਼ਾਂ ਹੈਗੀਆਂ ਸੀ, ਮੇਰਾ ਇੱਕ ਟੈਕਨੀਕਲ ਮਾਈਂਡ ਸੀਗਾ, ਉਹਨੂੰ ਇਹ ਦੇਖ ਕੇ ਮੈਨੂੰ ਇਹਨਾਂ ਨੇ ਐਜ਼ ਆ ਇੰਟਰਨ ਕੰਪਨੀ ਦੇ ਵਿੱਚ ਹਾਇਰ ਕੀਤਾ। ਫਿਰ ਇੱਥੇ ਆ ਕੇ ਮੈਂ ਗ੍ਰਾਫਿਕ ਡਿਜ਼ਾਈਨਿੰਗ ਸਿੱਖੀ, ਉਸ ਤੋਂ ਬਾਅਦ ਫਿਰ ਮੈਂ ਐਨੀਮੇਸ਼ਨ ਦਾ ਕੰਮ ਸਿੱਖਿਆ। ਫਿਰ ਹੌਲੀ ਹੌਲੀ ਜਿਵੇਂ ਨਾ ਮੇਰੇ ਕੈਪੇਬਿਲਿਟੀਜ਼ ਟੈਸਟ ਹੁੰਦੀਆਂ ਗਈਆਂ, ਉਸ ਤੋਂ ਬਾਅਦ ਫਿਰ ਮੈਂ ਵੈਬ ਫਲੋ ਦੇ ਵਿੱਚ ਵੈਬ ਡਿਜ਼ਾਈਨਿੰਗ ਦਾ ਕੰਮ ਕੀਤਾ। ਹੁਣ ਇਸ ਟਾਈਮ ਜਿਹੜਾ ਰੀਸੈਂਟਲੀ ਮੈਂ ਜਿਹੜੀ ਹੈ ਕੋਡਿੰਗ ਸਿੱਖਣੀ ਵੀ ਸਟਾਰਟ ਕੀਤੀ ਹੈ। ਡਿਫਰੈਂਟ ਬੇਸਿਕਲੀ ਇਹੀ ਹੈ ਕਿ ਇੱਥੇ ਤੁਹਾਡੇ ਜਿਹੜਾ ਟੈਲੈਂਟ ਨੂੰ ਦੇਖਿਆ ਜਾਂਦਾ, ਜਿਹੜਾ ਕਿ ਵੱਡੀਆਂ ਕੰਪਨੀਆਂ ਦੇ ਵਿੱਚ ਬਹੁਤ ਟਫ ਹੋ ਜਾਂਦਾ। ਜਦੋਂ ਤੁਸੀਂ ਵੱਡੀ ਕੰਪਨੀ ਕੋਈ ਜੁਆਇਨ ਕਰਦੇ ਹੋ ਤਾਂ ਉਹ ਇੱਕ ਸਪੈਸੀਫਿਕ ਇਹ ਨਹੀਂ ਕਿ ਹਰ ਬੰਦੇ ਨੂੰ ਕੋਲ ਜਾ ਕੇ ਨਹੀਂ ਦੇਖ ਸਕਦੇ। ਇੱਕ ਛੋਟੀ ਕੰਪਨੀ ਦੇ ਵਿੱਚ ਕੰਮ ਕਰਨ ਦਾ ਬਹੁਤ ਬੈਨੀਫਿਟ, ਇੱਕ ਤਾਂ ਵਾਈਟ ਕਾਲਰ ਜੋਬ ਮਿਲਦੀ ਆ, ਤੁਸੀਂ ਏਸੀ ਕੈਬਨ ਦੇ ਵਿੱਚ ਬਹਿ ਕੇ ਬੜਾ ਈਜ਼ੀ ਪੀਸੀ ਦੇ ਉੱਤੇ ਬਹਿ ਕੇ ਕੰਮ ਕਰਦੇ ਹੋ। ਵੱਡੀਆਂ ਕੰਪਨੀਆਂ ਦੇ ਵਿੱਚ ਤੁਹਾਨੂੰ ਇੰਨੀ ਜਲਦੀ ਓਪਰਚੁਨਿਟੀ ਨਹੀਂ ਮਿਲਦੀ, ਤੁਹਾਨੂੰ ਕੰਪਨੀ ਇਹ ਨਹੀਂ ਦੇਖ ਸਕਦੀ ਕਿ ਬੰਦਾ ਕਿੰਨਾ ਕੇਪੇਬਲ ਹੈਗਾ, ਜਿੰਨਾ ਕਿ ਛੋਟੀਆਂ ਕੰਪਨੀਆਂ ਦੇ ਵਿੱਚ ਤੁਹਾਨੂੰ ਜਿਹੜਾ ਵਾ ਉਸ ਪਲੇਟਫਾਰਮ 'ਤੇ ਲੈ ਜਾਂਦੇ ਜਿੱਥੇ ਜੋ ਤੁਸੀਂ ਡਿਜ਼ਰਵ ਕਰਦੇ ਹੋ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਸ਼ਿਫਾਲੀ, ਮੈਂ ਸਿੰਬਾ ਕੁਆਰਟਸ ਦੇ ਵਿੱਚ ਕੰਮ ਕਰਦੀ ਹਾਂ। ਮੈਂ ਐਜ਼ ਅ ਬਿਜ਼ਨਸ ਲੀਡਰ ਐਂਡ ਪ੍ਰੋਜੈਕਟ ਮੈਨੇਜਰ ਕੰਮ ਕਰਦੀ ਹਾਂ ਇਨ ਆਈਟੀ ਡਿਪਾਰਟਮੈਂਟ।
ਤੇ ਮੈਨੂੰ ਤਕਰੀਬਨ 9 ਮਹੀਨੇ ਹੋ ਗਏ ਆ ਇੱਥੇ ਜੁੜੇ ਹੋਏ ਸਿੰਬਾ ਕੁਆਡਸ ਦੇ ਨਾਲ, ਮਨਦੀਪ ਮੈਮ ਦੇ ਨਾਲ। ਪਹਿਲਾਂ ਮੈਂ ਮਨਦੀਪ ਮੈਮ ਦੇ ਨਾਲ ਕੰਮ ਕਰਦੀ ਰਹੀ ਸੀਗੀ। ਮੈਨੂੰ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ। ਮੈਂ ਜਦੋਂ ਇੱਥੇ ਆਈ ਸੀਗੀ, ਮੈਂ ਅਗਰ ਇੱਥੇ 50% ਆਪਣਾ ਐਕਸਪੀਰੀਅੰਸ ਲੈ ਕੇ ਆਈ ਜਾਂ ਆਪਣੀ ਨੌਲੇਜ ਲੈ ਕੇ ਆਈ, ਤੇ ਮੈਨੂੰ ਤੇ 100% ਸਿੱਖਣ ਨੂੰ ਮਿਲਿਆ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਦੈਨ ਮੈਂ ਵੱਖਰੇ ਡਿਪਾਰਟਮੈਂਟ 'ਚ ਆਈ, ਮੈਨੂੰ ਹੋਰ ਸਿੱਖਣ ਨੂੰ ਮਿਲਿਆ ਜੋ ਕਿ ਯੂਜੂਅਲੀ ਬਾਹਰ ਜਾਂ ਕਿਸੇ ਹੋਰ ਕੰਪਨੀ 'ਚ ਨਹੀਂ ਹੁੰਦਾ। ਤੁਸੀਂ ਜਿਸ ਪੋਜੀਸ਼ਨ ਲਈ ਹਾਇਰ ਹੁੰਦੇ ਹੋ, ਤੁਹਾਨੂੰ ਉੱਥੇ ਹੀ ਕੰਮ ਦਿੱਤਾ ਜਾਂਦਾ, ਉੱਥੇ ਹੀ ਸਿਖਾਇਆ ਜਾਂਦਾ ਤੇ ਤੁਸੀਂ ਉੱਥੇ ਹੀ ਰਿਵੋਲਵ ਹੁੰਦੇ ਹੋ। ਬਟ ਸਾਡੇ ਕੋਲ ਇੱਥੇ ਇੰਨੇ ਸਾਰੇ ਡਿਪਾਰਟਮੈਂਟਸ ਹੈਗੇ ਆ, ਜਿਹੜਾ ਕਿ ਤੁਹਾਡਾ ਮਨ ਅਗਰ ਕਰ ਰਿਹਾ, ਤੁਸੀਂ ਕਿਸੇ ਹੋਰ ਡਿਪਾਰਟਮੈਂਟ ਦੀ ਨੌਲੇਜ ਲੈਣਾ ਚਾਹੁੰਦੇ ਹੋ, ਤੁਸੀਂ ਆਪਣੇ ਆਪ ਨੂੰ ਵਧੀਆ ਕਰਨਾ ਚਾਹੁੰਦੇ ਹੋ ਦੂਸਰੇ ਡਿਪਾਰਟਮੈਂਟ 'ਚ, ਤੁਸੀਂ ਉੱਥੇ ਵੀ ਜਾ ਸਕਦੇ ਹੋ, ਜੋ ਕਿ ਇੱਕ ਬਹੁਤ ਹੀ ਵਧੀਆ ਗੱਲ ਆ। ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਬਾਕੀ ਮਨਦੀਪ ਮੈਮ ਦੀ ਵਿਜ਼ਨ ਬਹੁਤ ਹੀ ਵਧੀਆ ਹੈ, ਪੰਜਾਬ ਦੇ ਯੂਥ ਨੂੰ ਇੰਸਪਾਇਰ ਕਰਨ ਵਾਲੀ। ਮੈਂ ਖੁਦ ਬਹੁਤ ਇੰਸਪਾਇਰ ਹੈਗੀ ਹਾਂ। ਸੋ ਪੰਜਾਬ ਦਾ ਯੂਥ ਨੂੰ ਮੈਂ ਇਹੀ ਅਪੀਲ ਕਰਾਂਗੀ ਕਿ ਤੁਸੀਂ ਸਿੰਬਾ ਕੁਆਡਸ ਦੇ ਨਾਲ ਜੁੜੋ ਤੇ ਜਿੰਨਾ ਕੰਟਰੀਬਿਊਸ਼ਨ ਹੋ ਸਕਦਾ ਹੈ ਸਿੰਬਾ ਕੁਆਡਸ ਨੂੰ ਦਿਓ ਤੇ ਮਨਦੀਪ ਮੈਮ ਨੂੰ ਸਪੋਰਟ ਕਰੋ। ਥੈਂਕ ਯੂ।